Hello everyone, welcome to our YouTube channel. Today we will discuss about measures of dispersion. Last lesson ਵਿੱਚ ਆਪਾਂ ਦੇਖਿਆ ਸੀ ਕਿ ਆਪਣੇ measure of center of tendency ਬਾਰੇ ਡਿਟੇਲ 'ਚ ਡਿਸਕਸ਼ਨ ਕੀਤੀ ਸੀ, ਜਿੰਦੇ 'ਚ ਆਪਾਂ ਦੇਖਿਆ ਸੀ ਕਿ ਮੋਡ ਕੀ ਹੁੰਦਾ, ਹਾਰਮੋਨਿਕ ਮੀਨ ਕੀ ਹੁੰਦਾ ਤੇ ਜਿਓਮੈਟ੍ਰਿਕ ਮੀਨ ਕੀ ਹੁੰਦਾ। ਅੱਜ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਡਿਸਪਰਸ਼ਨ ਦੀ। ਡਿਸਪਰਸ਼ਨ ਕੀ ਹੁੰਦਾ, ਰੈਫਰਸ ਟੂ ਵੇਰੀਏਸ਼ਨ ਆਫ ਵੈਲਿਊਜ਼ ਅਮੰਗ ਦੈਮਸੈਲਫ, ਕਿ ਕੋਈ ਵੀ ਵੈਲਿਊ ਹੈ ਉਹਦੇ ਵਿੱਚ ਕਿੰਨੀ ਕੁ ਵੇਰੀਏਸ਼ਨ ਆ ਰਹੀ ਹੈ, ਉਸ ਨੂੰ ਬੋਲਦੇ ਨੇ ਡਿਸਪਰਸ਼ਨ। ਇਫ ਆਲ ਵੈਲਿਊਜ਼ ਇਨ ਦ ਸੀਰੀਜ਼ ਆਰ ਸੇਮ ਦੇਅਰ ਵੁੱਡ ਬੀ ਨੋ ਡਿਸਪਰਸ਼ਨ। ਜੇਕਰ ਸਾਰੀਆਂ ਵੈਲਿਊਜ਼ ਹੀ ਸੇਮ ਹੋ ਜਾਣ ਤਾਂ ਕੋਈ ਵੀ ਵੇਰੀਏਸ਼ਨ ਹੀ ਨਹੀਂ ਹੋਏਗੀ, ਤਾਂ ਡਿਸਪਰਸ਼ਨ ਵੀ ਨਹੀਂ ਹੋਏਗਾ। ਇਟ ਹੈਲਪ ਅਸ ਟੂ ਨੋ ਵੇਰੀਏਸ਼ਨ ਆਫ ਥੀਜ਼ ਅਰਾਊਂਡ ਐਨ ਐਵਰੇਜ। ਇਹ ਆਪਾਂ ਨੂੰ ਇਹ ਵੀ ਦੇਖਣ ਵਿੱਚ ਹੈਲਪ ਕਰਦੀ ਹੈ ਕਿ ਕੋਈ ਵੀ ਐਵਰੇਜ ਦਿੱਤੀ ਹੋਈ ਹੈ ਉਹਦੇ ਅਰਾਊਂਡ ਕਿੰਨੀ ਕੁ ਵੇਰੀਏਸ਼ਨ ਕਰ ਰਹੀ ਹੈ ਆਪਣੀ ਜੋ ਵੈਲਿਊ ਹੈ। ਠੀਕ ਹੈ। ਮੈਜ਼ਰ ਆਫ ਡਿਸਪਰਸ਼ਨ ਦੀ ਟੂ ਟਾਈਪਸ ਹੁੰਦੀਆਂ, ਇੱਕ ਤਾਂ ਹੁੰਦੀ ਹੈ ਐਬਸੋਲੂਟ, ਇੱਕ ਹੁੰਦੀ ਹੈ ਰਿਲੇਟਿਵ। ਹੁਣ ਐਬਸੋਲੂਟ ਤੇ ਰਿਲੇਟਿਵ ਬਾਰੇ ਆਪਾਂ 1 ਬਾਏ 1 ਡਿਸਕਸ ਕਰਦੇ ਹਾਂ। ਜਿਹੜੀ ਐਬਸੋਲੂਟ ਵੈਲਿਊ ਹੁੰਦੀ ਹੈ ਉਹ ਆਪਾਂ ਨੂੰ ਓਰੀਜਨਲ ਯੂਨਿਟ ਦੇ ਰੂਪ ਵਿੱਚ ਐਕਸਪ੍ਰੈਸ ਕਰਦੀ ਹੈ। ਓਕੇ, ਇਹਨੂੰ ਆਪਾਂ ਇੱਕ ਓਰੀਜਨਲ ਯੂਨਿਟ ਦੇ ਰੂਪ ਵਿੱਚ ਐਕਸਪ੍ਰੈਸ ਕਰਦੇ ਹਾਂ। ਪਰ ਜਿਹੜੀ ਆਪਣੇ ਕੋਲ ਰਿਲੇਟਿਵ ਹੁੰਦੀ ਹੈ ਉਹ ਵੇਰੀਏਬਿਲਿਟੀ ਨੂੰ ਸ਼ੋ ਕਰਦੀ ਹੈ। ਜਿਹੜੀ ਐਬਸੋਲੂਟ ਹੈ ਇਟ ਇਜ਼ ਯੂਜ਼ਡ ਵੈਨ ਡਿਸਪਰਸ਼ਨ ਆਫ ਦ ਸੀਰੀਜ਼ ਇਜ਼ ਨੋਟ ਟੂ ਬੀ ਕੰਪੇਅਰਡ। ਜਦੋਂ ਇਹ ਜਿਹੜੇ ਵੀ ਡਿਸਪਰਸ਼ਨ ਹੁੰਦਾ ਉਹ ਕੰਪੇਅਰ ਨਹੀਂ ਕੀਤਾ ਜਾਂਦਾ, ਉਦੋਂ ਆਪਾਂ ਐਬਸੋਲੂਟ ਦਾ ਯੂਜ਼ ਕਰਦੇ ਹਾਂ। ਬਟ ਜਿਹੜੇ ਰਿਲੇਟਿਵ ਆ ਉਹ ਕੀ ਹੁੰਦੀ ਹੈ, ਉਹ ਇੰਡੀਪੈਂਡੈਂਟ ਹੁੰਦੀ ਹੈ ਯੂਨਿਟ ਆਫ ਮੈਜ਼ਰਮੈਂਟ ਦੇ। ਇਟ ਇਜ਼ ਕਾਲਡ ਕੋਫੀਸ਼ੀਐਂਟ ਆਫ ਡਿਸਪਰਸ਼ਨ। ਇਹਨੂੰ ਆਪਾਂ ਕੋਫੀਸ਼ੀਐਂਟ ਆਫ ਡਿਸਪਰਸ਼ਨ ਵੀ ਬੋਲਦੇ ਹਾਂ। ਹੁਣ ਆਪਾਂ ਦੇਖਦੇ ਹਾਂ ਕਿ ਡਿਸਪਰਸ਼ਨ ਨੂੰ ਮੈਜ਼ਰ ਕਰਨ ਦੇ ਕਿਹੜੇ-ਕਿਹੜੇ ਮੈਥਡ ਨੇ। ਫਸਟ ਮੈਥਡ ਹੈ ਇਹਦਾ ਰੇਂਜ, ਸੈਕਿੰਡ ਹੈ ਕੁਆਰਟਾਈਲ ਡੇਵੀਏਸ਼ਨ, ਥਰਡ ਹੈ ਮੀਨ ਡੇਵੀਏਸ਼ਨ ਐਂਡ ਫੋਰਥ ਹੈ ਆਪਣਾ ਸਟੈਂਡਰਡ ਡੇਵੀਏਸ਼ਨ। ਹੁਣ ਇਹਨਾਂ ਨੂੰ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਐਬਸੋਲੂਟ ਐਂਡ ਜਿਹੜੇ ਰਿਲੇਟਿਵ ਨੇ ਮੈਜ਼ਰਸ ਉਹ ਕਿਹੜੇ-ਕਿਹੜੇ ਹੁੰਦੇ ਨੇ। ਫਸਟ ਕੀ ਹੈ ਆਪਣੇ ਕੋਲ ਐਬਸੋਲੂਟ, ਸੈਕਿੰਡ ਵਿੱਚ ਆਪਾਂ ਦੇਖਦੇ ਹਾਂ ਰਿਲੇਟਿਵ। ਰੇਂਜ ਹੈ, ਰੇਂਜ ਦਾ ਰਿਲੇਟਿਵ ਮੈਜ਼ਰ ਕਿਹੜਾ ਹੋਏਗਾ, ਕੋਫੀਸ਼ੀਐਂਟ ਆਫ ਰੇਂਜ। ਕੁਆਰਟਾਈਲ ਡੇਵੀਏਸ਼ਨ ਹੈ, ਕੁਆਰਟਾਈਲ ਡੇਵੀਏਸ਼ਨ ਦਾ ਰਿਲੇਟਿਵ ਮੈਜ਼ਰ ਹੈ ਕੋਫੀਸ਼ੀਐਂਟ ਆਫ ਕੁਆਰਟਾਈਲ ਡੇਵੀਏਸ਼ਨ। ਮੀਨ ਡੇਵੀਏਸ਼ਨ ਦਾ ਕਿਹੜਾ ਹੈ, ਕੋਫੀਸ਼ੀਐਂਟ ਆਫ ਮੀਨ ਡੇਵੀਏਸ਼ਨ ਐਂਡ ਸਟੈਂਡਰਡ ਡੇਵੀਏਸ਼ਨ ਦਾ ਹੈ ਕੋਫੀਸ਼ੀਐਂਟ ਆਫ ਸਟੈਂਡਰਡ ਡੇਵੀਏਸ਼ਨ। ਸਭ ਤੋਂ ਪਹਿਲੇ ਆਪਾਂ ਡਿਸਕਸ ਕਰਦੇ ਹਾਂ ਆਪਣੀ ਟਾਈਪ ਜੋ ਹੈ ਰੇਂਜ ਬਾਰੇ। ਰੇਂਜ ਕੀ ਹੁੰਦੀ ਹੈ, ਇਟ ਇਜ਼ ਡਿਫਰੈਂਸ ਬਿਟਵੀਨ ਹਾਈਐਸਟ ਵੈਲਿਊ ਐਂਡ ਦਾ ਲੋਐਸਟ ਵੈਲਿਊ ਇਨ ਦਾ ਸੀਰੀਜ਼। ਜਿਹੜੀ ਵੀ ਆਪਣੇ ਕੋਲ ਸੀਰੀਜ਼ ਵਿੱਚ ਹਾਈਐਸਟ ਵੈਲਿਊ ਤੇ ਲੋਐਸਟ ਵੈਲਿਊ ਦਾ ਡਿਫਰੈਂਸ ਹੈ ਉਹ ਆਪਣਾ ਰੇਂਜ ਆਏਗਾ, ਕਿ ਜਿਹੜੀ ਵੀ ਆਪਣੇ ਕੋਲ ਸੀਰੀਜ਼ ਹੈ ਉਹ ਕਿੰਨੀ ਟੂ ਕਿੰਨੀ ਵੇਰੀ ਕਰਦੀ ਹੈ। ਓਕੇ, ਅਗਰ ਆਪਾਂ ਕੋਫੀਸ਼ੀਐਂਟ ਆਫ ਰੇਂਜ ਦੀ ਗੱਲ ਕਰੀਏ ਉਹ ਹੁੰਦਾ ਹਾਈਐਸਟ ਵੈਲਿਊ ਮਾਈਨਸ ਲੋਐਸਟ ਵੈਲਿਊ ਡਿਵਾਈਡ ਬਾਈ ਹਾਈਐਸਟ ਵੈਲਿਊ ਪਲੱਸ ਲੋਐਸਟ ਵੈਲਿਊ। ਹੁਣ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ। ਫਾਈਂਡ ਕਰਨੀ ਆਪਾਂ ਰੇਂਜ ਐਂਡ ਕੋਫੀਸ਼ੀਐਂਟ ਆਫ ਰੇਂਜ। ਆਪਣੇ ਕੋਲ ਸੀਰੀਜ਼ ਦਿੱਤੀ ਹੈ 5, 17, 15, 25, 13 ਐਂਡ 18। ਇਹਦੇ ਵਿੱਚ ਹਾਈਐਸਟ ਵੈਲਿਊ ਆਪਣੇ ਕੋਲ ਕੀ ਆ ਰਹੀ ਹੈ, 25 ਆ ਰਹੀ ਹੈ ਐਂਡ ਲੋਐਸਟ ਕਿਹੜੀ ਹੈ ਆਪਣੇ ਕੋਲ 5 ਹੈ। ਤਾਂ ਰੇਂਜ ਨਿਕਾਲਣ ਵਾਸਤੇ ਆਪਾਂ ਹਾਈਐਸਟ ਮਾਈਨਸ ਲੋਐਸਟ ਕਰ ਦਿੰਦੇ ਹਾਂ, ਜੋ ਕਿ ਆਪਣੇ ਕੋਲ ਕੀ ਆ ਗਿਆ 20 ਆ ਗਿਆ। ਓਕੇ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਕੋਫੀਸ਼ੀਐਂਟ ਆਫ ਰੇਂਜ ਕੀ ਹੁੰਦਾ ਹੈ। ਕੋਫੀਸ਼ੀਐਂਟ ਆਫ ਰੇਂਜ ਕਰਨ ਵਾਸਤੇ ਹਾਈਐਸਟ ਮਾਈਨਸ ਲੋਐਸਟ ਡਿਵਾਈਡ ਬਾਈ ਹਾਈਐਸਟ ਪਲੱਸ ਲੋਐਸਟ। ਉੱਪਰ ਫਾਰਮੂਲਾ ਦੇਖਿਆ ਆਪਾਂ, ਫਾਰਮੂਲੇ ਵਿੱਚ ਵੈਲਿਊ ਪੁੱਟ ਕੀਤੀ, 25 ਮਾਈਨਸ 5 ਕੀਤਾ 20, 20 ਪਲੱਸ 5 ਪਲੱਸ 5 ਕਿੰਨਾ ਹੋ ਗਿਆ ਆਪਣੇ ਕੋਲ 30, ਇਹ 2/3 ਆ ਗਿਆ, 0.75 ਆਪਣੇ ਕੋਲ ਕੋਫੀਸ਼ੀਐਂਟ ਆਫ ਰੇਂਜ ਆ ਗਿਆ। ਆਪਣਾ ਨੈਕਸਟ ਟਾਈਪ ਹੈ ਕੁਆਰਟਾਈਲ ਡੇਵੀਏਸ਼ਨ। ਕੁਆਰਟਾਈਲ ਡੇਵੀਏਸ਼ਨ ਕਰਨ ਤੋਂ ਪਹਿਲੇ ਨਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੁਆਰਟਾਈਲਸ ਨਿਕਾਲਦੇ ਕਿਵੇਂ ਆ। ਆਪਾਂ ਲਾਸਟ ਲੈਸਨ ਵਿੱਚ ਵੀ ਦੇਖਿਆ ਸੀ, ਜਦੋਂ ਆਪਾਂ ਸਟੈਟਿਕਸ ਸ਼ੁਰੂ ਕੀਤਾ ਸੀ ਉਹਦੇ ਵਿੱਚ ਆਪਾਂ ਪਾਰਟੀਸ਼ਨ ਵੈਲਿਊਜ਼ ਬਾਰੇ ਡਿਸਕਸ਼ਨ ਕੀਤੀ ਸੀ। ਉਹਦੇ 'ਚ ਆਪਾਂ ਕੁਆਰਟਾਈਲ ਡੇਵੀਏਸ਼ਨ ਨੂੰ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇਹਦੇ ਫਾਰਮੂਲੇ ਨੇ ਕੁਆਰਟਾਈਲ ਡੇਵੀਏਸ਼ਨ ਦੇ Q1 ਨਿਕਾਲਣ ਦਾ ਐਂਡ Q3 ਨਿਕਾਲਣ ਦਾ। ਠੀਕ ਹੈ, ਇਹ ਸਿਰਫ ਇੱਕ ਰੈਫਰੈਂਸ ਵਾਸਤੇ ਦੱਸਿਆ ਜੋ ਆਪਾਂ ਅੱਗੇ ਯੂਜ਼ ਕਰਨੇ ਆ। ਓਕੇ, ਇਹਨੂੰ ਤੁਸੀਂ ਧਿਆਨ ਨਾਲ ਦੇਖ ਲਿਓ। ਕੁਆਰਟਾਈਲ ਡੇਵੀਏਸ਼ਨ ਵਿੱਚ ਨਾ ਸਭ ਤੋਂ ਪਹਿਲੇ ਆਉਂਦਾ ਇੰਟਰ ਕੁਆਰਟਾਈਲ ਰੇਂਜ। ਇੰਟਰ ਕੁਆਰਟਾਈਲ ਰੇਂਜ ਕੀ ਹੁੰਦੀ ਹੈ, Q3 ਮਾਈਨਸ Q1 ਹੁੰਦੀ ਹੈ। ਕੁਆਰਟਾਈਲ ਡੇਵੀਏਸ਼ਨ ਇਜ਼ ਹਾਫ ਆਫ ਦਾ ਡਿਫਰੈਂਸ ਬਿਟਵੀਨ ਥਰਡ ਕੁਆਰਟਾਈਲ ਐਂਡ ਫਸਟ ਕੁਆਰਟਾਈਲ। ਜਿਹੜੇ ਆਪਾਂ ਇੰਟਰ ਕੁਆਰਟਾਈਲ ਡਿਫਰੈਂਸ ਬਿਟਵੀਨ ਥਰਡ ਕੁਆਰਟਾਈਲ ਤੇ ਫਸਟ ਕੁਆਰਟਾਈਲ ਤਾਂ ਆਪਣੇ ਕੋਲ ਇੰਟਰ ਕੁਆਰਟਾਈਲ ਰੇਂਜ ਹੁੰਦੀ ਹੈ ਨਾ, ਜਦੋਂ ਆਪਾਂ ਇਹਨੂੰ 2 ਨਾਲ ਡਿਵਾਈਡ ਕਰ ਦਿੰਦੇ ਹਾਂ ਇਹ ਆਪਣਾ ਕੁਆਰਟਾਈਲ ਡੇਵੀਏਸ਼ਨ ਬਣ ਜਾਂਦਾ ਹੈ। ਤੇ ਕੋਫੀਸ਼ੀਐਂਟ ਆਫ ਕੁਆਰਟਾਈਲ ਡੇਵੀਏਸ਼ਨ ਕੀ ਹੋਏਗਾ, Q3 ਮਾਈਨਸ Q1 ਡਿਵਾਈਡ ਬਾਈ Q3 ਪਲੱਸ Q1 ਹੋਏਗਾ। ਹੁਣ ਇਹਨੂੰ ਇੱਕ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ ਆਪਾਂ। ਆਪਣੇ ਕੋਲ ਏਜ ਦਿੱਤੀ ਹੈ 0 to 20, 20 to 40, 40 to 60 ਐਂਡ 60 to 80 ਇਹ ਦੇ ਰੱਖੀ ਹੈ, 80 to 100 ਦੇ ਰੱਖੀ ਹੈ। ਫ੍ਰੀਕੁਐਂਸੀ ਦਿੱਤੀ ਹੈ 4, 10, 15, 20, 20,
20 और 11। CF निकाल लिया ਆਪਾਂ। CF ਨਿਕਾਲਣਾ ਵੀ ਆਪਾਂ ਲਾਸਟ ਲੈਸਨ ਵਿੱਚ ਸਿੱਖਿਆ ਸੀ। ਆਪਾਂ CF ਨਿਕਾਲ ਲਿਆ। Q1 ਨਿਕਾਲਣ ਵਾਸਤੇ ਆਪਾਂ ਕੀ ਕਰਦੇ ਹਾਂ, ਸਾਈਜ਼ ਆਫ n/4 ਆਈਟਮ ਕਰਦੇ ਹਾਂ, ਕਿਉਂਕਿ ਜਿਹੜਾ ਕੁਆਰਟਾਈਲ ਹੁੰਦਾ ਉਹ 4 ਪਾਰਟਸ ਵਿੱਚ ਡਿਵਾਈਡ ਕਰਦਾ, ਤਾਂ ਆਪਾਂ ਡਿਵਾਈਡ ਬਾਈ 4 ਕਰਦੇ ਹੁੰਦੇ ਹਾਂ। ਸਾਈਜ਼ ਆਫ 15th ਆਈਟਮ ਆ ਗਿਆ। ਹੁਣ 15 ਕਿਹਦੇ ਵਿੱਚ ਲਾਈ ਕਰ ਰਿਹਾ ਆਪਣਾ, 15 ਇਹਦੇ ਵਿੱਚ ਲਾਈ ਕਰੇਗਾ ਨਾ, ਕਿਉਂਕਿ 14 ਤਾਂ ਛੋਟਾ ਹੋ ਗਿਆ, ਤਾਂ ਇਸ ਲਈ ਆਪਣਾ ਜਿਹੜਾ Q1 ਹੈ ਉਹ ਕਿਹਦੇ 'ਚ ਲਾਈ ਕਰੇਗਾ, 40 to 60 ਕਲਾਸ ਇੰਟਰਵਲ 'ਚ ਲਾਈ ਕਰੇਗਾ। ਹੁਣ ਆਪਾਂ Q1 ਦੀ ਵੈਲਿਊ ਐਗਜ਼ੈਕਟ ਵੈਲਿਊ ਨਿਕਾਲਣ ਵਾਸਤੇ ਫਾਰਮੂਲਾ ਕਿਹੜਾ ਲਗਾਵਾਂਗੇ, ਇਹ ਫਾਰਮੂਲਾ ਹੁੰਦਾ ਹੈ L1 + n/4 - CF ਡਿਵਾਈਡ ਬਾਈ F ਮਲਟੀਪਲਾਈ ਬਾਈ I। ਸੇਮ ਮੀਡੀਅਨ ਵਾਲਾ ਫਾਰਮੂਲਾ ਹੈ। ਮੀਡੀਅਨ ਵਿੱਚ ਇੱਥੇ ਜਿਹੜਾ ਹੈ 2 ਹੁੰਦਾ, ਬਟ ਇੱਥੇ ਕੀ ਆ ਜਾਣਾ, 4 ਆ ਜਾਣਾ, ਕਿਉਂਕਿ ਕੁਆਰਟਾਈਲ 4 ਇਕੁਅਲ ਪਾਰਟਸ ਵਿੱਚ ਹੁੰਦਾ ਹੈ। ਇਹ ਚੀਜ਼ ਧਿਆਨ ਦੇਣ ਵਾਲੀ ਹੈ। ਹੁਣ ਆਪਾਂ ਇਸ ਫਾਰਮੂਲੇ ਵਿੱਚ ਵੈਲਿਊਜ਼ ਨੂੰ ਪੁੱਟ ਕਰ ਦਿੰਦੇ ਹਾਂ। ਇਹ ਕੀ ਆ ਗਿਆ, 40 + 15 - 14 ਡਿਵਾਈਡ ਬਾਈ 15 ਮਲਟੀਪਲਾਈ ਬਾਈ 20। 40 + 20/15 ਆ ਗਿਆ। ਇਹਨੂੰ ਸੋਲਵ ਕੀਤਾ 1.33, 41.33 ਆਪਣੇ ਕੋਲ ਕੀ ਆ ਗਈ, Q1 ਦੀ ਵੈਲਿਊ ਆ ਗਈ। ਹੁਣ ਆਪਾਂ Q3 ਨਿਕਾਲ ਲੈਂਦੇ ਹਾਂ। Q3 ਨਿਕਾਲਣ ਵਾਸਤੇ 3n/4 ਆਈਟਮ ਕਰਾਂਗੇ ਆਪਾਂ, ਤਾਂ 3n/4 ਆਈਟਮ ਕੀਤਾ ਹੈ, ਆਪਣੇ ਕੋਲ ਆ ਗਿਆ 45th ਆਈਟਮ। 45th ਆਪਣੇ ਕੋਲ ਕਿਹਦੇ ਵਿੱਚ ਲਾਈ ਕਰਦਾ, 45 ਤੋਂ ਵੱਡਾ ਦੇਖਣਾ, 45 ਤੋਂ ਵੱਡਾ ਆਪਣੇ ਕੋਲ ਆ ਗਿਆ ਨਾ, ਠੀਕ ਹੈ। ਤਾਂ ਆਪਣੀ ਜਿਹੜੀ Q3 ਦੀ ਵੈਲਿਊ ਹੈ ਉਹ 60 to 80 ਦੇ ਵਿੱਚ ਲਾਈ ਕਰੇਗੀ। ਬਸ ਅੱਗੋਂ ਫਾਰਮੂਲੇ ਵਿੱਚ ਵੈਲਿਊ ਪੁੱਟ ਕਰ ਦਿੱਤੀ। ਇਹਦਾ ਫਾਰਮੂਲਾ ਕਿਹੜਾ ਅਪਲਾਈ ਹੋਏਗਾ, ਸੇਮ ਹੀ L1 + 3n/4 - CF ਡਿਵਾਈਡ ਬਾਈ F ਮਲਟੀਪਲਾਈ ਬਾਈ I। ਇਹ ਫਾਰਮੂਲਾ ਆਪਾਂ ਯੂਜ਼ ਕੀਤਾ, ਇਹਦੇ ਵਿੱਚ ਆਪਾਂ ਵੈਲਿਊ ਪੁੱਟ ਕੀਤੀ, ਅਤੇ ਆਪਣੇ ਕੋਲ Q3 ਦੀ ਵੈਲਿਊ ਕੀ ਆ ਗਈ, Q3 ਦੀ ਐਗਜ਼ੈਕਟ ਵੈਲਿਊ ਆਪਣੇ ਕੋਲ ਆ ਗਈ 76। ਕੁਆਰਟਾਈਲ ਡੇਵੀਏਸ਼ਨ ਕੀ ਹੋ ਗਿਆ, Q3 - Q1 ਡਿਵਾਈਡ ਬਾਈ 2, ਤਾਂ ਆਪਾਂ Q3 ਨਿਕਾਲਿਆ 76, Q1 ਸੀ 41.33 ਡਿਵਾਈਡ ਬਾਈ 2। ਇਹਨੂੰ ਆਪਾਂ ਸੋਲਵ ਕੀਤਾ, ਆਪਣੇ ਕੋਲ ਕੁਆਰਟਾਈਲ ਡੇਵੀਏਸ਼ਨ ਆ ਗਿਆ 17.33। ਕੋਫੀਸ਼ੀਐਂਟ ਆਫ ਕੁਆਰਟਾਈਲ ਡੇਵੀਏਸ਼ਨ ਵੀ ਸੇਮ ਵੇ ਨਾਲ ਫਾਰਮੂਲੇ 'ਚ ਵੈਲਿਊ ਪੁੱਟ ਕਰ ਦਿਓ। 76 - 41.33 ਡਿਵਾਈਡ ਬਾਈ 76 + 41.33, 34.67 ਡਿਵਾਈਡ ਬਾਈ 117.33, ਇਹ ਆ ਗਿਆ 0.29 ਆਪਣੇ ਕੋਲ ਕੁਆਰਟਾਈਲ ਡੇਵੀਏਸ਼ਨ ਆ ਗਿਆ। ਇਹ ਆਪਣੇ ਕੋਲ Q1 ਔਰ Q3 ਦੇ ਫਾਰਮੂਲੇ ਨੇ, ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ। ਅੱਗੋਂ ਆਪਾਂ ਕਰਦੇ ਹਾਂ ਮੀਨ ਡੇਵੀਏਸ਼ਨ ਕੀ ਹੁੰਦਾ। ਮੀਨ ਡੇਵੀਏਸ਼ਨ ਹੁੰਦਾ ਆਪਣੇ ਕੋਲ ਅਰਥਮੈਟਿਕ ਐਵਰੇਜ ਆਫ ਡੇਵੀਏਸ਼ਨ ਆਫ ਆਲ ਵੈਲਿਊਜ਼ ਟੇਕਨ ਫਰੋਮ ਮੀਨ, ਮੀਡੀਅਨ ਐਂਡ ਮੋਡ। ਆਪਾਂ ਨੇ ਇਹਦੇ ਵਿੱਚ ਡੇਵੀਏਸ਼ਨਸ ਨਿਕਾਲਦੇ ਹੁੰਦੇ ਹਾਂ, ਕਿਹਦੇ ਤੋਂ, ਜਾਂ ਤਾਂ ਮੀਨ ਤੋਂ ਨਿਕਾਲਦੇ ਹਾਂ, ਜਾਂ ਮੀਡੀਅਨ ਤੋਂ, ਜਾਂ ਮੋਡ ਤੋਂ ਨਿਕਾਲਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕਿ ਇਹਦੇ ਵਿੱਚ ਆਪਾਂ ਪਲੱਸ ਅਤੇ ਮਾਈਨਸ ਦੇ ਸਾਈਨ ਨੂੰ ਕੰਸੀਡਰ ਨਹੀਂ ਕਰਦੇ। ਉਹਦੇ ਵਿੱਚ ਆਪਾਂ ਨਾ ਬਾਹਰ ਲੈ ਕੇ ਮੋਡ ਇਹਦਾ ਆਪਾਂ ਪਲੱਸ ਜਾਂ ਮਾਈਨਸ ਦੇ ਸਾਈਨ ਨੂੰ ਇਗਨੋਰ ਕਰ ਦਿੰਦੇ ਹੁੰਦੇ ਹਾਂ, ਠੀਕ ਹੈ। ਹੁਣ ਮੀਨ ਡੇਵੀਏਸ਼ਨ ਫਰੋਮ ਮੀਨ ਕਿਵੇਂ ਕੱਢੀ ਦਾ, ਇਹਦੇ ਬਾਰੇ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾ ਸਟੈਪ ਹੈ ਆਪਾਂ ਮੀਨ ਦੀ ਵੈਲਿਊ ਨਿਕਾਲਦੇ ਹਾਂ, ਆਪਣਾ ਮੀਨ ਕੀ ਆ ਰਿਹਾ। ਉਸ ਤੋਂ ਬਾਅਦ ਆਪਾਂ ਡੇਵੀਏਸ਼ਨਸ ਨਿਕਾਲਦੇ ਹਾਂ। ਡੇਵੀਏਸ਼ਨ ਕਿਵੇਂ ਨਿਕਾਲਦੇ ਹਾਂ, x - ਮੀਨ, ਜੋ ਵੀ ਆਪਣੇ ਕੋਲ ਫਰੀਕੁਐਂਸੀ ਜਾਂ ਫਿਰ x ਦਿੱਤਾ ਹੋਇਆ ਉਹਦੇ ਵਿੱਚੋਂ ਮੀਨ ਨੂੰ ਮਾਈਨਸ ਕਰ ਦਿੰਦੇ ਹਾਂ। ਫਿਰ ਇਹਦੀਆਂ ਜੋ ਵੀ ਵੈਲਿਊਜ਼ ਨੇ ਉਹਨੂੰ ਬਾਹਰ ਲਗਾ ਕੇ ਆਪਾਂ ਪੋਜ਼ੀਟਿਵ ਕਰ ਦਿੰਦੇ ਹੁੰਦੇ ਹਾਂ। ਫਿਰ ਆ ਗਿਆ ਮੀਨ ਡੇਵੀਏਸ਼ਨ ਫਰੋਮ ਮੀਨ ਕੀ ਬਣਿਆ ਆਪਣੇ ਕੋਲ, ਇਹਨਾਂ ਸਾਰਿਆਂ ਦਾ ਸਮ ਡਿਵਾਈਡ ਬਾਈ n। ਇਹ ਆਪਣੇ ਕੋਲ ਆ ਗਿਆ ਮੀਨ ਡੇਵੀਏਸ਼ਨ ਫਰੋਮ ਮੀਨ ਨਿਕਾਲਣ ਦਾ ਫਾਰਮੂਲਾ ਆ ਗਿਆ ਇਹ ਵਾਲਾ। ਹੁਣ ਆਪਾਂ ਦੇਖਦੇ ਹਾਂ ਆਪਣਾ ਸੈਕਿੰਡ ਕੀ ਹੈ, ਜਿਹੜਾ ਮੀਨ ਡੇਵੀਏਸ਼ਨ ਫਰੋਮ ਮੀਡੀਅਨ। ਮੀਨ ਡੇਵੀਏਸ਼ਨ ਫਰੋਮ ਮੀਡੀਅਨ ਕਿਵੇਂ ਕੱਢਦੇ ਆ, ਸਭ ਤੋਂ ਪਹਿਲੇ ਮੀਡੀਅਨ ਨਿਕਾਲਾਂਗੇ, ਫਿਰ ਮੀਡੀਅਨ ਤੋਂ ਡੇਵੀਏਸ਼ਨਸ ਨਿਕਾਲਾਂਗੇ, ਫਿਰ ਇਹਦਾ ਬਾਹਰ ਕਰਾਂਗੇ, ਫਿਰ ਇੱਥੇ ਆ ਜਾਏਗਾ, ਇੱਥੇ ਸਮੇਸ਼ਨ ਆਏਗਾ, ਸਮੇਸ਼ਨ ਆਫ xi - m ਡਿਵਾਈਡ ਬਾਈ n। ਇਹ ਆਪਣਾ ਮੀਨ ਡੇਵੀਏਸ਼ਨ ਫਰੋਮ ਮੀਡੀਅਨ ਆ ਗਿਆ। ਹੁਣ ਆਪਾਂ ਦੇਖਦੇ ਹਾਂ ਮੀਨ ਡੇਵੀਏਸ਼ਨ ਫਰੋਮ ਮੋਡ ਕਿਵੇਂ ਨਿਕਾਲਦੇ ਹਾਂ। ਸਭ ਫਸਟ ਸਟੈਪ ਹੈ ਆਪਾਂ ਮੋਡ ਨਿਕਾਲਾਂਗੇ, ਫਿਰ ਮੋਡ ਤੋਂ ਡੇਵੀਏਸ਼ਨ ਨਿਕਾਲਾਂਗੇ, ਇਹਦੇ ਬਾਹਰ ਲਾਂਗੇ, ਅਤੇ ਇੱਥੇ ਆਪਾਂ ਇਹਦੀ ਕੀ ਕਰਾਂਗੇ, ਇਹਨੂੰ ਡਿਵਾਈਡ ਕਰ ਦਾਂਗੇ n ਨਾਲ, ਇਹਦੇ ਸਮੇਸ਼ਨ ਨੂੰ, ਡੇਵੀਏਸ਼ਨ ਦੇ ਸਮੇਸ਼ਨ ਨੂੰ ਡਿਵਾਈਡ ਬਾਈ n ਕਰਾਂਗੇ, ਆਪਣੇ ਕੋਲ ਮੀਨ ਡੇਵੀਏਸ਼ਨ ਫਰੋਮ ਮੋਡ ਆ ਜਾਏਗਾ। ਹੁਣ ਕੋਫੀਸ਼ੀਐਂਟ ਆਫ ਮੀਨ ਡੇਵੀਏਸ਼ਨ ਕੀ ਹੁੰਦਾ, ਮੀਨ ਡੇਵੀਏਸ਼ਨ ਫਰੋਮ ਮੀਨ, ਮੀਡੀਅਨ, ਮੋਡ ਡਿਵਾਈਡ ਬਾਈ ਮੀਨ, ਮੀਡੀਅਨ, ਮੋਡ। ਅਗਰ ਮੀਨ ਦਿੱਤਾ ਤਾਂ ਮੀਨ ਨਾਲ ਡਿਵਾਈਡ ਕਰਾਂਗੇ,
अगर आप मीडियन के थ्रू फाइंड कर रहे हैं तो मीडियन नाल डिवाइड करांगे, अगर आप मोड के थ्रू फाइंड कर रहे हैं तो मोड नाल डिवाइड करांगे। हुण इहनूं ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਥਰੂ ਦੇਖਦੇ ਆ। ਆਪਾਂ ਇਹਦੇ ਵਿੱਚ ਫਰੋਮ ਮੀਨ ਨਿਕਾਲ ਰਹੇ ਹਾਂ। ਤੁਸੀਂ ਮੀਡੀਅਨ ਨਾਲ ਵੀ ਨਿਕਾਲ ਸਕਦੇ ਹੋ ਅਤੇ ਮੋਡ ਨਾਲ ਵੀ ਨਿਕਾਲ ਸਕਦੇ ਹੋ। ਮੀਡੀਅਨ ਔਰ ਮੋਡ ਨਿਕਾਲਣਾ ਆਪਾਂ ਪਿਛਲੇ ਲੈਸਨ 'ਚ ਦੇਖਿਆ ਹੋਇਆ। ਮਾਰਕਸ ਦਿੱਤੇ ਹੋਏ ਆ 20, 22, 25, 38, 40, 50, 65, 70 ਐਂਡ 75। ਸਭ ਤੋਂ ਪਹਿਲੇ ਇਹਦਾ ਆਪਾਂ ਸਮ ਕੀਤਾ 405 ਆ ਗਿਆ। ਐਨ ਆਪਣੇ ਕੋਲ ਕੀ ਹੋ ਗਏ 9 ਹੋ ਗਏ। फस्ट स्टैप की सी अपना मीन निकालना। मीन की होंगे एस्टिमेशन ऑफ एक्स डिवाइड बाय एन। 405 में आप 9 नाल डिवाइड किया, अपने को 45 की आ गई मीन की वैल्यू आ गई। हुण आप निकालनी है डेविएशन। डेविएशन किवें निकालांगे, इहदे चों माइनस करके 20 माइनस 45 माइनस 25 आया, बट आप की करना होंदा है इहदा माइनस ते प्लस के साइन नूं इग्नोर करना होंदा है। तो यह क्या गया 25 ही। 22 माइनस 45 कितना आ गया 23। फिर 25 माइनस 45 कितना आ गया 20। 38 माइनस 45 कितना आ गया 7। 40 माइनस 45 कितना 5। 50 माइनस 45 5। 65 माइनस 45 20। 70 माइनस 45 25। 75 माइनस 45 कितना आ गया 30। इनका आप समेशन निकाल लें। इन्होंने सारे का सम किया, अपने को आ गया 160। तो मीन डेविएशन फ्रॉम मीन की आया समेशन करके डेविएशन का डिवाइड बाय एन। समेशन की है 160 डिवाइड बाय एन कितना हो गया अपने को 9 हो गया। ये अपने को क्या आ गए मीन डेविएशन फ्रॉम मीन की वैल्यू इनू डिवाइड करके आ गई 17.78। हुण आपां देखते हैं कि कोफिशिएंट ऑफ मीन डेविएशन की होंदा है। कोफिशिएंट ऑफ मीन डेविएशन आपां फ्रॉम मीन निकालिया तो इनू मीन नाल डिवाइड कर देंगे। जो अपना मीन डेविएशन आया ना फ्रॉम मीन डिवाइड बाय मीन कर देंगे। 17.78 डिवाइड बाय 45 0.39 अपने को मीन डेविएशन फ्रॉम मीन आ कोफिशिएंट ऑफ मीन डेविएशन फ्रॉम मीन आ गया। ओके, हुण आपां देखते हैं अपना लास्ट टॉपिक है स्टैंडर्ड डेविएशन। उनके बारे स्टैंडर्ड डेविएशन की होंदा है पॉजिटिव स्क्वायर रूट होंदा ऑफ अर्थमैटिक मीन ऑफ स्क्वायर रूट ऑफ डेविएशन ऑफ द आइटम्स फ्रॉम देयर मीन वैल्यू। इन्हां समझण नालों तुसीं ये फॉर्मूले तो देख सकते हो। अगर आप मीन की डेविएशन निकाली, उनका स्क्वायर रूट किया, उन्होंने डिवाइड करता एन नाल, उनका अगों इनका सारिਆਂ ਦਾ स्क्वायर रूट की होंदा अपने को स्टैंडर्ड डेविएशन होंदा। ठीक है, वैसे तो स्टैंडर्ड डेविएशन के 2 या 3 फॉर्मूले होंदे आ, बट आप मास्टर कैडर की तैयारी कर रहे हैं। आप ईजीएस्ट वे लभना जिंदे नाल अपना घट तो घट टाइम लगे, इसलिए आप सिर्फ एक फॉर्मूला ही लैके चलांगे। इस फॉर्मूले नाल ही आप सारे सम करने की कोशिश करांगे। ओके, अगर अपने को स्टैंडर्ड डेविएशन दिता एन नैचुरल नंबर का एक ही होंदा स्क्वायर रूट ऑफ 1/12 एन स्क्वायर माइनस 1। AP सीरीज़ का की होंदा स्टैंडर्ड डेविएशन अंडर रूट ऑफ 1/12 एन स्क्वायर माइनस 1। इत्थे डेविएशन आ गया। हुण देखो इत्थे आपां क्यों नहीं लिया, जिहड़ा नैचुरल नंबर का डेविएशन है ना ऑलरेडी 1 हुंदा, तां करके इत्थे आपां सिंपल यही फॉर्मूला ले लिया। बट इत्थे आपां नूं AP सीरीज़ विच आपां डी वेखांगे की आएगा अपना। हुण देखो स्टैंडर्ड डेविएशन होर की बोलते हैं रूट मीन स्क्वायर डेविएशन भी बोलते हैं। कोफिशिएंट ऑफ स्टैंडर्ड डेविएशन की होएगा स्टैंडर्ड डेविएशन डिवाइड बाय मीन। वेरिएंस की होंदा है, वेरिएंस होंदा स्टैंडर्ड डेविएशन का स्क्वायर। कोफिशिएंट ऑफ वेरिएशन की होंदा है स्टैंडर्ड डेविएशन डिवाइड बाय मीन मल्टीप्लाई बाय 100। तो कोफिशिएंट ऑफ स्टैंडर्ड डेविएशन मल्टीप्लाई अगर 100 कर दिए तो भी अपना कोफिशिएंट ऑफ वेरिएशन आ जाएगा। हुण इहनूं आपां ना एक एग्जाम्पल के थ्रू देखते हैं। अपने को मार्क्स दिते हुए ने 10 12 14 16 18 20 22। ठीक है, सब तो पहला स्टैप की सी मीन निकालना। आप मीन निकाल लिया, ये अपने को आ गया 112 112 आ गया। सीरीज़ किन्नियां ने नंबर किन्ने ने 7, ये आ गया अपने को 16। तो हुण आपां डेविएशन निकालना। डेविएशन किवें निकलेगा एक्स माइनस मीन। डेविएशन निकालिया 10 माइनस 16 किते 6, 12 माइनस 16 किते 4, फिर 14 माइनस 16 किते -2, फिर 0, फिर 2, फिर 4, फिर 6। ये अपने को क्या आ गया डेविएशन आ गया फ्रॉम मीन। इन्हां सारिਆਂ ਦਾ सम किया ऑल 0 बन गया। हुण स्क्वायर निकालना है डेविएशन का। आप देखिया सी ना इहदे फॉर्मूले विच की सी समेशन ऑफ एक्स माइनस मीन दा स्क्वायर। इहदा आप हुण स्क्वायर निकाल लैंदे। एक है 6 का स्क्वायर क्या है 36, 4 का 16, 2 का 4, 0 का 0, 2 का 4, 4 का स्क्वायर क्या है 16, 6 का स्क्वायर 36। इन्हां सारिਆਂ ਨੂੰ अगर आप प्लस किया अपने को आ गया 112।
ਤਾਂ ਮੀਨ ਆਪਣੇ ਕੋਲ ਸਟੈਂਡਰਡ ਡਿਵੀਜ਼ਨ ਕੀ ਹੁੰਦਾ ਹੈ, ਸਕੁਅਰ ਰੂਟ ਆਫ ਸਮੇਸ਼ਨ ਆਫ ਐਕਸ ਸਕੁਅਰ ਆਏਗਾ ਇੱਥੇ। ਇੱਥੇ ਆਏਗਾ ਆਪਣੇ ਕੋਲ ਸਮੇਸ਼ਨ ਆਫ ਐਕਸ ਸਕੁਅਰ ਡਿਵਾਈਡ ਬਾਈ n। ਇਹ ਆਪਣੇ ਕੋਲ ਆ ਗਿਆ 112/7, ਅੰਡਰ ਆਫ 16 ਬਣ ਗਿਆ। ਇਹ ਆਪਣੇ ਕੋਲ ਆਂਸਰ ਆ ਗਿਆ 4। ਇਹ ਆਪਣੇ ਕੋਲ ਆਂਸਰ ਆ ਗਿਆ। ਠੀਕ ਹੈ, ਹੁਣ ਕੋਫੀਸ਼ੀਐਂਟ ਆਫ ਸਟੈਂਡਰਡ ਡਿਵੀਜ਼ਨ ਕੀ ਹੋਏਗਾ, ਸਟੈਂਡਰਡ ਡਿਵੀਜ਼ਨ ਡਿਵਾਈਡ ਬਾਈ ਮੀਨ। ਸਟੈਂਡਰਡ ਡਿਵੀਜ਼ਨ 4 ਹੈ, ਡਿਵਾਈਡ ਬਾਈ ਮੀਨ ਕਰਤਾ 16 ਕਰਤਾ ਤਾਂ ਆਪਣੇ ਕੋਲ ਆ ਗਿਆ 0.25। ਵੇਰੀਐਂਸ ਕੀ ਹੁੰਦਾ, ਸਟੈਂਡਰਡ ਡਿਵੀਜ਼ਨ ਦਾ ਸਕੁਅਰ, 4 ਦਾ ਸਕੁਅਰ ਕੀਤਾ 16। ਤੇ ਕੋਫੀਸ਼ੀਐਂਟ ਆਫ ਵੇਰੀਏਸ਼ਨ ਕੀ ਹੁੰਦਾ, ਸਟੈਂਡਰਡ ਡਿਵੀਜ਼ਨ ਕੋਫੀਸ਼ੀਐਂਟ ਆਫ ਸਟੈਂਡਰਡ ਡਿਵੀਜ਼ਨ ਮਲਟੀਪਲਾਈ ਬਾਈ 100 ਜਾਂ ਫਿਰ ਸਟੈਂਡਰਡ ਡਿਵੀਜ਼ਨ ਡਿਵਾਈਡ ਬਾਈ ਮੀਨ ਮਲਟੀਪਲਾਈ ਬਾਈ 100। ਸਟੈਂਡਰਡ ਡਿਵੀਜ਼ਨ ਸੀ 4, ਮੀਨ ਕਿੰਨਾ ਸੀ 16 ਗੁਣਾ 100 ਕਰ ਦਿੱਤਾ, ਆਪਣੇ ਕੋਲ ਆ ਗਿਆ 25% ਆ ਗਿਆ। ਇਹ ਸੀ ਆਪਣਾ ਟੌਪਿਕ ਮੈਜ਼ਰਸ ਆਫ ਡਿਸਪਰਸ਼ਨ। ਅੱਜ ਦਾ ਇਹ ਟੌਪਿਕ ਖਤਮ ਹੁੰਦਾ ਹੈ। ਇਸ ਦੇ ਨਾਲ ਹੀ ਆਪਣਾ ਜੋ ਸਟੈਟਿਕ ਟੌਪਿਕ ਹੈ ਨਾ, ਜੋ ਆਪਣਾ ਦਿੱਤਾ ਹੋਇਆ ਉਹ ਵੀ ਖਤਮ ਹੋ ਗਿਆ। ਆਪਾਂ ਮੈਜ਼ਰ ਆਫ ਸੈਂਟਰ ਰਿਡੈਂਸੀ ਵੀ ਡਿਸਕਸ ਕਰ ਲਈ ਔਰ ਮੈਜ਼ਰ ਆਫ ਡਿਸਪਰਸ਼ਨ ਵੀ ਹੋ ਗਿਆ। ਇਹਦੇ ਵਿੱਚ ਸਿਰਫ ਇੰਨਾ ਹੀ ਹੁੰਦਾ। ਬਾਕੀ ਇਹਦੀਆਂ ਪ੍ਰੋਪਰਟੀਜ਼ ਦੇ ਐਮਸੀਕਿਊਜ਼ ਜਿਹੜੇ ਹੈਗੇ ਨੇ, ਜੋ ਮਤਲਬ ਬਣ ਕੇ ਆਉਂਦੇ ਆ, ਉਹ ਆਪਾਂ ਬਾਅਦ ਵਿੱਚ ਇੱਕ ਸੀਰੀਜ਼ ਵਿੱਚ ਡਿਸਕਸ ਕਰਾਂਗੇ। ਪਹਿਲੇ ਆਪਾਂ ਬੇਸਿਕ ਡਿਸਕਸ ਕਰ ਰਹੇ ਹਾਂ। ਦਿਸ ਇਜ਼ ਆਲ ਅਬਾਊਟ ਟੂਡੇਜ਼ ਲੈਸਨ। ਹੋਪ ਯੂ ਲਾਈਕ ਇਟ। ਪਲੀਜ਼ ਡੋਂਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ ਕਮੈਂਟ। ਥੈਂਕ ਯੂ।